ਕੁੰਡਲੀ ਬਾਰਡਰ ਤੇ ਇਸ ਸਮੇਂ ਅਸੀਂ ਮੌਜੂਦ ਆ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ ਉੱਤੇ ਦਿੱਲੀ ਨੂੰ ਘੇਰਾ ਪਾਇਆ ਹੈ। ਅੱਜ 10 ਦਿਨ ਹੋ ਗਏ ਇਸ ਘੇਰੇ ਨੂੰ ਕਿਸਾਨਾਂ ਦੇ ਵੱਲੋਂ ਲਗਾਤਾਰ ਘੇਰਾ ਪਾਇਆ ਹੋਇਆ ਹੈ ਕਿਸਾਨਾਂ ਦੇ ਵੱਲੋਂ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਮੀਟਿੰਗਾਂ ਵੀ ਕੇਂਦਰ ਸਰਕਾਰ ਨਾਲ ਚੱਲ ਰਹੀਆਂ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਜਥੇਬੰਦੀਆਂ ਬੜੀ ਸੂਝ-ਬੂਝ ਨਾਲ ਫੈਸਲੇ ਲੈ ਰਹੀਆਂ ਨੇ। ਕੇਂਦਰ ਸਰਕਾਰ ਨੇ ਬੜੀ ਕੋਸ਼ਿਸ਼ ਕੀਤੀ ਮੌਕੇ ਭਾਲਣ ਦੀ ਕਿ ਕਿਸੇ ਮੌਕੇ ਇਹਨਾਂ ਜਥੇਬੰਦੀਆਂ ਨੂੰ ਇਹਨਾਂ ਨੂੰ ਲਲਚਾਇਆ ਜਾਵੇ, ਇਹਨਾਂ ਨੂੰ ਵੰਗਾਰਿਆ ਜਾਵੇ, ਇਹਨਾਂ ਨੂੰ ਲਲਾਰਿਆ ਜਾਵੇ ਕਿ ਕਿਸੇ ਤਰੀਕੇ ਵੀ ਇਹ ਜਥੇਬੰਦੀਆਂ ਨੂੰ ਘੇਰਿਆ ਜਾਵੇ ਤਾਂ ਜੋ ਇਹ ਖੇਤੀ ਕਾਨੂੰਨ ਰੱਦ ਨਾ ਕੀਤੇ ਜਾਣ। ਪਰ ਜਥੇਬੰਦੀਆਂ ਦੀ ਆਪਸੀ ਤਾਲਮੇਲ ਅਤੇ ਬੜੀ ਸੂਝ-ਬੂਝ ਨਾਲ ਇਹ ਸੰਘਰਸ਼ ਹਾਲੇ ਤੱਕ ਜਾਰੀ ਹੈ ਤੇ ਲੱਗਦਾ ਹੈ ਕਿ ਕੇਂਦਰ ਸਰਕਾਰ ਝੁਕ ਜਾਏਗੀ ਇਹਨਾਂ ਦੇ ਅੱਗੇ। ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਜੀ ਮੌਜੂਦ ਨੇ, ਉਹਨਾਂ ਨੂੰ ਪੁੱਛਦੇ ਹਾਂ। ਹਰਮੀਤ ਸਿੰਘ ਜੀ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਮੀਤ ਸਿੰਘ ਜੀ, ਇਹ ਬੜੇ ਅਨੋਖੇ ਕਿਸਮ ਦਾ ਇੱਕ ਸੰਘਰਸ਼ ਵੇਖਣ ਨੂੰ ਮਿਲਿਆ ਹੈ। ਸ਼ਾਇਦ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਇਹ ਸੰਘਰਸ਼, ਕਿਉਂਕਿ ਅਸੀਂ ਜਿੱਥੇ ਵੀ ਗੇੜਾ ਲਗਾਈਏ ਕਿਸੇ ਵੀ ਕਿਸਾਨ ਦੇ ਚਿਹਰੇ ਤੇ ਕੋਈ ਸ਼ਿਕਨ ਨਹੀਂ, ਕੋਈ ਫਿਕਰ ਨਹੀਂ, ਕੋਈ ਸ਼ਿਕਾਇਤ ਨਹੀਂ। ਕੀ ਲੱਗਦਾ ਹੈ ਸੰਘਰਸ਼ ਦੇਖ ਕੇ? ਇਸ ਸੰਘਰਸ਼ ਦਾ ਮੋਦੀ ਜੀ ਦਾ ਧੰਨਵਾਦ ਕਰਦੇ ਹਾਂ। ਪਹਿਲਾਂ ਤਾਂ ਸਾਡੇ ਪੰਜਾਬ ਨੂੰ ਇਕਜੁੱਟ ਕਰਤਾ, ਹਰਿਆਣੇ ਨੂੰ ਇਕਜੁੱਟ ਕਰਤਾ। ਹੁਣ ਤਾਂ ਰਹਿੰਦੀ ਖੁੰਦੀ ਸਾਰੇ ਭਾਰਤ ਦੇ ਕਿਸਾਨ ਇੱਕ ਸਟੇਜ ਤੇ ਇੱਕ ਮੀਟਿੰਗ ਦੇ ਵਿੱਚ ਇੱਕ ਕਮੇਟੀ 'ਚ ਸਾਰੇ ਆ ਗਏ ਤੇ ਉਹਨਾਂ ਨੇ ਇਹ ਵੀ ਮੰਨ ਲਿਆ ਵੀ ਜੇ ਅਸੀਂ 50% ਤੋਂ ਉੱਪਰ ਅੰਨ ਪੈਦਾ ਕਰਕੇ ਹਿੰਦੁਸਤਾਨ ਦੀ ਝੋਲੀ ਪਾਉਂਦੇ ਸੀ ਤਾਂ ਅਗਵਾਈ ਵੀ ਪੰਜਾਬੀਆਂ ਨੇ ਤੇ ਹਰਿਆਣੇ ਵਾਲਿਆਂ ਨੇ ਕੀਤੀ ਹੈ। ਤੇ ਮੀਟਿੰਗ ਦੇ ਵਿੱਚ ਵੀ ਵੱਧ ਤੋਂ ਵੱਧ ਮੈਂਬਰ ਸਾਡੇ ਲਿੱਤੇ ਗਏ ਤੇ ਉਹਨਾਂ ਨੇ ਸਾਡੀ ਅਗਵਾਈ ਮੰਨੀ ਵੀ। ਬਾਕੀ ਨੇ ਕਹਿੰਦੇ ਜਦੋਂ ਸੰਘਰਸ਼ ਤੁਸੀਂ ਸ਼ੁਰੂ ਕੀਤਾ ਸੀ ਤੁਸੀਂ ਅਗਵਾਈ ਕਰੋ, ਅਸੀਂ ਤੁਹਾਡਾ ਸਾਥ ਦੇਵਾਂਗੇ। ਇੱਕ ਜੁੜਤਾ ਨਾਲ ਇੱਕ ਫੈਸਲੇ ਭਾਰਤ ਲੈਵਲ ਵੀ ਕੀਤੇ ਜਾ ਰਹੇ ਆ। ਹੁਣ ਸਵੇਰੇ ਸਾਡੀਆਂ 32 ਜਥੇਬੰਦੀਆਂ ਦੀ ਮੀਟਿੰਗ ਹੋ ਕੇ ਹਟੀ ਆ। ਸ਼ਾਮ ਨੂੰ ਹੁਣ ਇਸ ਤੋਂ ਬਾਅਦ ਜਿਹੜੇ ਸਾਰੇ ਭਾਰਤ ਦੇ ਜਥੇਬੰਦੀਆਂ ਨੇ ਉਹਨਾਂ ਨਾਲ ਮੀਟਿੰਗ ਹੋਊਗੀ ਤੇ ਫੈਸਲੇ ਏਕਤਾ ਨਾਲ ਇਕਜੁੱਟਤਾ ਨਾਲ ਲਿੱਤੇ ਜਾਂਦੇ ਨੇ। ਕਿਸੇ ਵੀ ਕਿਸਾਨ ਦੇ ਚਿਹਰੇ ਤੇ ਕੋਈ ਸ਼ਿਕਾਇਤ ਨਹੀਂ ਹੈਗੀ। ਬੜਾ ਅਨੋਖਾ ਸੰਘਰਸ਼ ਹੈ, ਵੇਖਣ ਨੂੰ ਪਹਿਲੀ ਵਾਰੀ ਸ਼ਾਇਦ ਮਿਲਿਆ ਵੇਖਣ ਨੂੰ। ਤੁਹਾਨੂੰ ਕੀ ਲੱਗਦਾ ਹੈ ਸੰਘਰਸ਼ ਵੇਖ ਕੇ? ਇਹ ਸੰਘਰਸ਼ ਦੇਖ ਕੇ ਤਾਂ ਜੋ ਅਸੀਂ ਕਿਤਾਬਾਂ 'ਚ ਪੜ੍ਹਦੇ ਸੀਗੇ ਵੀ ਸਾਡੇ ਸਿੰਘਾਂ ਨੇ ਕਿਵੇਂ ਲੜਾਈਆਂ ਲੜੀਆਂ, ਕਿਵੇਂ ਜੰਗਲਾਂ 'ਚ ਰਹਿੰਦੇ ਹੁੰਦੇ ਸੀਗੇ, ਕਿਵੇਂ ਉਹ ਚੜ੍ਹਦੀ ਕਲਾ 'ਚ ਰਹਿੰਦੇ ਸੀ। ਇਹ ਜੇ ਆਪਾਂ ਕਹੀਏ ਵੀ ਚੜ੍ਹਦੀ ਕਲਾ ਦਾ ਇੱਕ ਡੈਫੀਨੇਸ਼ਨ ਆ ਤੇ ਆ ਸੰਘਰਸ਼ ਆ। ਤੇ ਕਿਸੇ ਵੀ ਛੋਟੇ ਬੱਚੇ ਨੂੰ ਪੁੱਛ ਲਓ, ਕਿਸੇ ਬੀਬੀ ਨੂੰ ਪੁੱਛ ਲਓ, ਮਾਤਾ ਭੈਣ ਨੂੰ ਪੁੱਛ ਲਓ, ਕਿਸੇ ਬਜ਼ੁਰਗ ਬੰਦੇ ਨੂੰ ਪੁੱਛ ਲਓ ਵੀ ਤੁਸੀਂ ਔਖੇ ਤਾਂ ਨਹੀਂ। ਵਰਡ ਇਹੀ ਆਉਂਦਾ ਵੀ ਚੜ੍ਹਦੀ ਕਲਾ 'ਚ ਆ, ਅਸੀਂ ਸੌਖੇ ਆ, ਤੁਸੀਂ ਖੜੇ ਰਹਿ ਜਿਓ, ਤੁਸੀਂ ਫੈਸਲੇ ਸਹੀ ਲੈ ਲਓ। ਇਹੋ ਜਿਹੀ ਆਵਾਜ਼ਾਂ ਇੱਥੋਂ ਆ ਰਹੀਆਂ। ਮਗਰ ਮੁੜਨ ਨੂੰ ਕਿਸੇ ਦਾ ਦਿਲ ਹੀ ਨਹੀਂ ਕਰਦਾ। ਬਿਨਾਂ ਲਾਅ ਵਾਪਸ ਕੀਤੇ, ਆਰਡੀਨੈਂਸ 2 ਤੇ 3 ਕਾਨੂੰਨ ਵਾਪਸ ਲਿੱਤੇ, ਕੋਈ ਇਸ ਤੋਂ ਥੱਲੇ ਫੈਸਲਾ ਕਰਨ ਨੂੰ ਤਿਆਰ ਨਹੀਂ ਹੈ। ਤੁਹਾਡੀਆਂ ਕੇਂਦਰ ਸਰਕਾਰ ਨਾਲ 5 ਮੀਟਿੰਗਾਂ ਹੋ ਚੁੱਕੀਆਂ ਨੇ। ਤੁਸੀਂ ਪਹਿਲੀ ਮੀਟਿੰਗ 'ਚ ਵੀ ਗਏ, ਲਾਸਟ ਮੀਟਿੰਗ 'ਚ ਵੀ ਗਏ। ਕੀ ਫਰਕ ਲੱਗਦਾ ਹੈ ਪਹਿਲੀ ਮੀਟਿੰਗ ਵਿੱਚ ਕੇਂਦਰ ਸਰਕਾਰ ਦਾ ਵਤੀਰਾ ਕਿਸ ਤਰ੍ਹਾਂ ਦਾ ਸੀ ਤੇ ਜਿਹੜੀ ਆਖਰੀ 5ਵੇਂ ਗੇੜ ਦੀ ਮੀਟਿੰਗ ਹੋਈ ਏ ਉਹਦੇ ਵਿੱਚ ਕੇਂਦਰ ਸਰਕਾਰ ਦਾ ਵਤੀਰਾ ਕਿਸ ਤਰ੍ਹਾਂ ਦਾ ਸੀ? ਪਹਿਲੀ ਮੀਟਿੰਗ ਦੇ ਵਿੱਚ ਉਹਨਾਂ ਨੇ ਆਪ ਦੀ ਗੱਲ ਰੱਖੀ ਸੀ। ਪਹਿਲਾਂ ਤਾਂ ਸੈਕਟਰੀ ਲੈਵਲ ਮੀਟਿੰਗ ਸੀ ਜਿਹਦੇ ਵਾਕਆਊਟ ਹੋ ਗਏ ਸੀਗੇ। ਉਸ ਤੋਂ ਬਾਅਦ ਮਿਨਿਸਟਰ ਲੈਵਲ ਜਦੋਂ ਮੀਟਿੰਗ ਗਈ ਅਸੀਂ ਤਾਂ ਉਹਨੂੰ ਪਹਿਲੀ ਮੀਟਿੰਗ ਸਮਝਦੇ ਹਾਂ। ਪਹਿਲੀ ਮੀਟਿੰਗ ਜਿਹੜੀ ਰੱਖੀ ਸੀਗੀ ਉਹ ਆਪ ਦੇ ਕਾਨੂੰਨ ਨੂੰ ਡੈਫੀਨੇਸ਼ਨ ਦੇ ਕੇ ਇਹੀ ਦੱਸ ਰਹੇ ਸੀ ਵੀ ਇਹ ਕਾਨੂੰਨ ਸਹੀ ਨੇ, ਤੁਹਾਨੂੰ ਸਮਝ ਨਹੀਂ ਆ ਰਹੇ, ਕਿਸਾਨਾਂ ਦੇ ਹਿੱਤ 'ਚ ਨੇ। ਉਸ ਤੋਂ ਬਾਅਦ ਜਦੋਂ ਅਗਲੀ ਮੀਟਿੰਗ ਹੋਈ ਉਹ 'ਚ ਇੱਕ ਲੈਵਲ ਉਹ ਥੱਲੇ ਆ ਗਏ। ਉਹ ਕਹਿੰਦੇ ਹਾਂ ਇਹ ਤੇ ਕੁਝ ਕਾਨੂੰਨਾਂ 'ਚ ਹੋ ਸਕਦਾ ਕੁਝ ਗੜਬੜ ਹੋਵੇ, ਇਹ ਤੇ ਬੈਠ ਕੇ ਗੱਲ ਕਰਨ ਦੀ ਗੱਲ ਹੈ ਤੇ ਇਹਦੇ ਤੇ ਅਸੀਂ 5 ਮੈਂਬਰੀ ਕਮੇਟੀ ਬਣਾ ਦਿੰਦੇ ਹਾਂ। ਉਹਦੇ 'ਚ ਸਾਡੇ ਜਥੇਬੰਦੀ ਨੇ ਫੈਸਲਾ ਕਰ ਲਿਆ ਵੀ ਨਹੀਂ, ਸਾਰੇ ਦੇ ਸਾਰੇ ਬੈਠਾਂਗੇ, ਕੋਈ 5 ਮੈਂਬਰੀ ਕਮੇਟੀ ਅਸੀਂ ਕਬੂਲ ਨਹੀਂ ਕਰਦੇ। ਉਹ ਅਸੀਂ ਜਿਹੜੀ 5 ਮੈਂਬਰੀ ਕਮੇਟੀ ਆ ਜਦੋਂ ਬਾਹਰ ਨਿਕਲੇ ਅਸੀਂ ਉਹਨਾਂ ਨੂੰ ਕਬੂਲ ਕੇ ਨਿਕਲੇ ਵੀ ਜਦੋਂ ਵੀ ਗੱਲਬਾਤ ਹੋਊਗੀ ਸਾਰੇ ਦੇ ਸਾਰੇ ਮੈਂਬਰ ਬੈਠਣਗੇ। ਅਗਲੀਆਂ ਮੀਟਿੰਗਾਂ ਉਹੀ ਸਾਰੇ ਦੇ ਸਾਰੇ ਮੈਂਬਰ ਬੈਠੇ। ਫਿਰ ਉਹਨੇ ਕਬੂਲ ਲਿਆ ਵੀ ਅਸੀਂ ਆਰਡੀਨੈਂਸ ਲੈ ਕੇ ਜਿਹੜਾ ਹੈਗਾ ਤੁਹਾਡਾ ਸੋਧਾ ਕਰ ਸਕਦੇ ਹਾਂ ਵੀ ਇਹ 'ਚ 9 ਸੋਧਾ ਹੋ ਸਕਦੀਆਂ ਨੇ। ਅਸੀਂ 12 ਲਿਖ ਕੇ ਦਿੱਤੇ, ਅਸੀਂ 9 ਉਹ ਲਾ ਲਓ ਤੇ ਤਕਰੀਬਨ 21 22 23 ਸੋਧਾ ਕਰਨ ਨੂੰ ਮਤਲਬ ਅਸੀਂ ਕਹਿੰਦੇ ਹਾਂ ਵੀ ਉਹ 'ਚ ਨੁਕਸ ਹੈਗਾ। ਤੁਸੀਂ ਇਹ ਸੋਚੋ ਵੀ 3 ਪੇਜ ਦਾ ਪਹਿਲਾ ਕਾਨੂੰਨ ਆ, 3 ਦਾ ਦੂਜਾ ਤੇ 1 ਪੇਜ ਦਾ ਇੱਕ। ਜੇ 3 ਪੇਜ ਦੇ ਵਿੱਚ ਹੀ 7-8 ਸੋਧਾ ਹੋਣਗੀਆਂ ਤੇ ਉਹ ਕਿਹੋ ਜਿਹਾ ਕਬਾੜ ਕਾਨੂੰਨ ਹੋਊਗਾ। ਇਹੋ ਜਿਹੇ ਕਬਾੜ ਕਾਨੂੰਨ ਨੂੰ ਹੁਣੀ ਜਦੋਂ ਪਹਿਲਾਂ ਬਣਿਆ ਹੋਇਆ ਹੀ ਇਹ ਦੱਸ ਰਿਹਾ ਵੀ ਸੋਧਾ ਮੰਗ ਰਿਹਾ। ਆਰਡੀਨੈਂਸ ਤੋਂ ਬਾਅਦ ਕਿਹੜੇ ਟਾਈਮ ਆਰਡੀਨੈਂਸ ਕੀਤਾ ਕੋਵਿਡ-19 ਦੇ ਵਿੱਚ, ਉਸ ਤੋਂ ਬਾਅਦ ਕਿਵੇਂ ਰਾਜ ਸਭਾ 'ਚ ਪਾਸ ਕੀਤਾ, ਉਹ ਹਾਲਾਤ ਤੇ ਨੀਅਤ ਨੀਤੀ ਇਹਨਾਂ ਦੀ ਇਹੋ ਜਿਹੀ ਮਾੜੀ ਸੀ। ਅੱਜ ਤੁਸੀਂ ਉਹਨੂੰ ਅਮੈਂਡਮੈਂਟ 'ਤੇ ਆ ਗਏ ਹੋ। ਹਾਲੇ 7 ਮਹੀਨੇ 8 ਮਹੀਨੇ ਹੋਏ ਨਹੀਂ ਕਾਨੂੰਨ ਬਣੇ ਨੂੰ। ਜੂਨ 5 ਤਰੀਕ ਦਾ ਕਾਨੂੰਨ ਬਣਿਆ ਹੋਇਆ ਤੇ 5 ਦਸੰਬਰ ਵੇਲੇ ਤੁਸੀਂ ਮੀਟਿੰਗ ਕਰ ਰਹੇ ਹੋ ਤੇ 6 ਮਹੀਨੇ ਤੁਸੀਂ ਸੋਧਾ ਕਰ ਰਹੇ ਹੋ ਵੀ ਇਸ ਤੋਂ ਵਧੀਆ ਵੀ ਇਹਨੂੰ ਵਾਪਸ ਲਿੱਤਾ ਜਾਵੇ। ਜਿਹੜੀ ਹੁਣ ਤੀਜੀ ਮੀਟਿੰਗ ਹੋਈ ਜਿਹਦੇ 'ਚ ਉਹਨਾਂ ਨੇ ਮੰਨ ਲਿਆ ਸੀ ਵੀ ਸੋਧਾ ਹੋਣਗੀਆਂ ਪਰ ਆਪਾਂ ਵਿਚਾਰ ਵਾਸਤੇ ਬੈਠਦੇ ਹਾਂ। ਉਸ ਮੀਟਿੰਗ 'ਚ ਅਸੀਂ ਕਲੀਅਰ ਕਰਤਾ ਵੀ ਤੁਹਾਨੂੰ ਸੋਧਾ ਕਰਨੀ ਮਜਬੂਰ ਤਾਂ ਕਰ ਲਿਆ, ਤੁਹਾਨੂੰ ਨੁਕਸ ਦੱਸਤੇ। ਅਸੀਂ ਨੁਕਸ ਤੁਹਾਨੂੰ ਤਾਂ ਦੱਸੇ ਸੀ ਵੀ ਇਹ ਵਾਪਸ ਲਿੱਤੇ ਜਾਣ।
ਬਿਨਾਂ ਇਹ ਵਾਪਸ ਲਿੱਤੇ ਕਾਨੂੰਨ ਕੋਈ ਫਾਇਦਾ ਨਹੀਂ ਹੈ ਇਸ ਤੋਂ ਬਗੈਰ ਨਹੀਂ। ਜਦੋਂ ਉਹ ਲੰਚ ਟਾਈਮ ਤੱਕ ਨਹੀਂ ਮੰਨੇ ਤਾਂ ਉਹਨਾਂ ਦੇ ਅਸੀਂ ਫਿਰ ਮੌਨ ਧਾਰ ਲਿਆ, ਅਸੀਂ ਘੰਟੇ ਲਈ ਚੁੱਪ ਰਹੇ। ਅਸੀਂ ਕਿਹਾ ਤੁਸੀਂ ਹਟਣਾ ਤਾਂ ਹੈ ਨਹੀਂ ਆਪਦੀ ਗੱਲਾਂ ਕਰਨ। ਜਦੋਂ ਚਾਹ ਪੀਣ ਚਲੇ ਗਏ ਤਾਂ ਉਸ ਤੋਂ ਬਾਅਦ ਅਸੀਂ ਬੋਰਡ ਫੜ ਲਏ ਹਾਂ ਜਾਂ ਨਾ ਵਾਲੇ, ਵੀ ਜਾਂ ਤਾਂ ਸਾਨੂੰ ਦੱਸ ਦਿਓ ਵੀ ਕਾਨੂੰਨ ਬਦਲਦੇ ਹੋ, ਲੈਂਦੇ ਹੋ ਵਾਪਸ ਜਾਂ ਨਹੀਂ ਲੈਂਦੇ, ਦੋਵਾਂ 'ਚੋਂ ਇੱਕ ਗੱਲ ਕਰੋ। ਇਹ ਗੱਲ ਕਰਕੇ ਅਸੀਂ ਉੱਥੋਂ ਨਿਕਲੇ। ਤੇ ਮੈਂ ਕਹਿੰਦਾ ਵੀ ਇੱਕ ਸਟੈਪ ਅਸੀਂ ਜਿਹੜਾ ਐਡੇ ਵੱਡੇ ਦਿਮਾਗ ਕਹਿ ਲਓ, ਜੇ ਪੰਜਾਬੀ ਸਾਡੇ ਪਿੰਡਾਂ 'ਚ ਕਹਿੰਦੇ ਵੀ ਵੱਡੇ ਸਿਰ ਵਾਲੇ ਬੈਠੇ ਸੀਗੇ ਜਿਹੜੇ 4-4 ਲੱਖ ਤਨਖਾਹ ਲੈਂਦੇ IAS ਅਫਸਰ, ਅਸੀਂ ਤਾਂ ਜ਼ਿਮੀਂਦਾਰ ਬੰਦੇ ਆ ਵੀ ਤਾਂ ਵੀ ਉਹਨਾਂ ਨੂੰ ਅਸੀਂ ਟੇਬਲ ਟਾਕ 'ਚ ਭਜਾ ਲਿਆ। ਟੇਬਲ ਟਾਕ ਤੋਂ ਵੀ ਉਹ ਭੱਜੇ ਨੇ, ਸਗੋਂ ਹੋਮਵਰਕ ਲਈ ਉਹਨਾਂ ਨੇ 3-4 ਦਿਨ ਮੰਗੇ ਆ। ਹੁਣ 9 ਤਰੀਕ ਨੂੰ 11 ਵਜੇ ਮੀਟਿੰਗ ਆ। ਇਹ ਕਿਹੋ ਜਿਹੇ ਕਾਨੂੰਨ ਕੇਂਦਰ ਸਰਕਾਰ ਲੈ ਕੇ ਆਈ ਜਿਹੜੇ ਸਾਰੀ ਦੁਨੀਆ ਕਹਿ ਰਹੀ ਹੈ ਕਿ ਕਾਨੂੰਨ ਖੇਤੀ ਕਿਸਾਨਾਂ ਦੇ ਖਿਲਾਫ ਹੈ, ਪਰ ਕੇਂਦਰ ਸਰਕਾਰ ਜਾਂ BJP ਸਰਕਾਰ ਕਹਿ ਰਹੀ ਹੈ ਕਿ ਇਹ ਕਿਸਾਨਾਂ ਦੇ ਹਿੱਤ ਵਿੱਚ ਨੇ? ਇਹ ਕਿਹੋ ਜਿਹੇ ਕਾਨੂੰਨ ਨੇ, ਕੀ ਲੱਗਦਾ ਹੈ? ਤਾਂ ਹੀ ਅਸੀਂ ਸਾਰੇ ਕਿਸਾਨਾਂ ਨੇ ਇਹਨੂੰ ਕਾਲਾ ਕਾਨੂੰਨ ਕਿਹਾ ਵੀ 3 ਕਾਲੇ ਕਾਨੂੰਨ ਵਾਪਸ ਲਿਓ। ਕਹਿੰਦੇ ਸੀ ਕਿਸਾਨ ਅਨਪੜ੍ਹ ਆ, ਹੁਣ ਸੁਪਰੀਮ ਕੋਰਟ ਦੇ ਵਕੀਲ ਤਾਂ ਨਹੀਂ ਅਨਪੜ੍ਹ, ਉਹਨਾਂ ਨੇ ਵੀ ਕਹਿਤਾ ਵੀ ਅਸੀਂ ਇਹ ਸਪੋਰਟ ਕਰਦੇ ਵੀ ਇਹ ਵਾਪਸ ਲਿੱਤੇ ਜਾਣ, ਕਿਸਾਨਾਂ ਦੇ ਹੱਕ 'ਚ ਖੜੇ ਆ। ਹਾਈ ਕੋਰਟ ਦੇ ਵਕੀਲ ਸਾਡੇ ਸਪੋਰਟ ਕਰਕੇ ਖੜੇ ਆ। ਲੋਕਲ ਕੋਰਟਾਂ ਦੇ ਵਕੀਲਾਂ ਨੇ ਸਾਡੇ ਝੰਡੇ ਲਾਏ ਹੋਏ ਆ ਆਪਦੇ ਖੋਖਿਆਂ ਦੇ ਬਾਹਰ। ਜੇ ਉਹ ਜਿਹੜੇ ਵਕੀਲ ਨੂੰ ਆਪਾਂ ਪੜ੍ਹਿਆ ਲਿਖਿਆ ਸਮਝਦਾ ਵੀ ਕਾਨੂੰਨ ਵੱਧ ਉਹਨਾਂ ਨੂੰ ਨੌਲੇਜ ਆ ਕਾਨੂੰਨ ਦੀ, ਇਹਨਾਂ ਨੇ ਕੇਸ ਲੜਨੇ, ਜਦੋਂ ਉਹ ਕਹਿ ਰਿਹਾ ਕਾਨੂੰਨ ਚੰਗੇ ਨਹੀਂ ਹੈ ਕਿਸਾਨਾਂ ਲਈ, ਤੇ ਫਿਰ ਕਿ ਕੋਈ ਵਰਕ ਦਾ ਦੱਸੋ, ਕੋਈ ਕਿਹੜਾ ਜਿਹੜਾ ਐਗਰੀਕਲਚਰ ਇਕਨੋਮਿਸਟ ਆ ਉਹ ਕਹਿ ਰਿਹਾ ਇਹ ਗਲਤ ਨੇ, ਜਿਹੜਾ ਸਾਡੇ ਨਾਲ ਖੇਤੀ ਕਰਦਾ ਉਹ ਕਹਿ ਰਿਹਾ ਇਹ ਗਲਤ ਨੇ, ਜਿਹੜੇ ਬਾਹਰਲੇ ਦੇਸ਼ ਨੇ ਜਿਹੜੇ MP PM ਬਣੇ ਹੋਏ ਨੇ ਉਹ ਕਿੰਨੇ ਕੰਟਰੀਆਂ 'ਚੋਂ ਕਹਿ ਰਹੇ ਨੇ ਉਹ ਗਲਤ ਨੇ। ਤੇ ਇਹ ਤਾਂ ਸਿਰਫ ਮੈਨੂੰ ਲੱਗਦਾ ਵੀ ਇਹ ਸਰਕਾਰ ਆਪਣੀ ਜਿੱਦ ਤੇ ਲੈ ਜੂਗੀ, ਈਗੋ ਪ੍ਰੋਬਲਮ ਖਾਤਰ ਇਹ ਪ੍ਰੋਬਲਮ ਕ੍ਰੀਏਟ ਹੋਈ ਹੈ। ਜਿਵੇਂ ਹੁਣ 9 ਅਮੈਂਡਮੈਂਟਾਂ ਕਰਕੇ ਜਦੋਂ ਬਿੱਲ 'ਚ ਕੁਝ ਰਹਿੰਦਾ ਹੀ ਨਹੀਂ, ਫਿਰ ਵਾਪਸ ਕਿਉਂ ਨਹੀਂ ਲੈਂਦੇ? ਜਿੱਥੇ ਕਿ ਇਹਨਾਂ ਨੂੰ ਇਹ ਕਾਨੂੰਨਾਂ ਦੇ ਵਿੱਚ ਚਾਹੀਦਾ ਸੀ, ਜਿਹੜੇ ਰਿਫਾਰਮ ਚਾਹੁੰਦੇ ਨੇ, ਜੇ ਆਪਣੇ ਮੈਨੀਫੈਸਟੋ ਦੇ ਹਿਸਾਬ ਨਾਲ ਚਾਹੁੰਦੇ ਨੇ ਵੀ ਇਹਦੇ 'ਚ ਬਦਲ ਆਵੇ, ਵੀ ਕਿਸਾਨਾਂ ਨੂੰ ਦੁੱਗਣੀ ਆਮਦਨ ਕਰਨੀ ਜਿਹੜੀ ਵਾਅਦਾ ਕਰਦੇ ਸੀਗੇ, ਜੇ ਉਧਰਲੇ ਪਾਸੇ ਚੱਲਣਾ ਤਾਂ ਤੁਹਾਨੂੰ ਡਿਵਰਸੀਫਿਕੇਸ਼ਨ ਵਾਲੇ ਪਾਸੇ ਚੱਲਣਾ ਚਾਹੀਦਾ ਸੀ, ਤੁਹਾਨੂੰ ਇਨਫਰਾਸਟ੍ਰਕਚਰ ਵਾਲੇ ਪਾਸੇ ਚੱਲਣਾ ਚਾਹੀਦਾ ਸੀ। ਫਾਰਮਿੰਗ ਦਾ ਕੋਈ ਇਨਫਰਾਸਟ੍ਰਕਚਰ ਬਣਾ ਕੇ ਦਿੰਦੇ ਆ। ਅਸੀਂ ਪੰਜਾਬ ਦੇ ਵਿੱਚ 66 ਤੋਂ ਲੈ ਕੇ ਹਰਿਆਣਾ ਪੰਜਾਬ ਦੇ ਵਿੱਚ ਇੱਕ ਵਧੀਆ ਮੰਡੀਕਰਨ ਸਿਸਟਮ ਇਨਫਰਾਸਟ੍ਰਕਚਰ ਬਣਾਇਆ ਹੋਇਆ। ਇੱਕ ਸਿਸਟਮ ਚੱਲ ਰਿਹਾ ਸਾਡੇ 6-6 ਕਿਲੋਮੀਟਰ ਤੇ ਸੈਂਟਰ ਨੇ, ਜੇ ਤੇ ਦੂਰ ਹੋਏ ਤਾਂ ਸੈਂਟਰ ਆ, ਨੀਚੇ ਨੇੜੇ ਮੰਡੀ ਆ। 144 ਮੰਡੀਆਂ ਨੇ ਸਾਡੇ, ਮਾਰਕੀਟ ਕਮੇਟੀਆਂ ਹੀ ਨੇ, ਤੇ ਉਸ ਤੋਂ ਬਾਅਦ ਅਗਲੇ ਸੈਂਟਰ ਲੱਗ ਨੇ, ਤੇ ਉਹ ਸਾਰਾ ਫਸਲ ਅਸੀਂ ਸੰਭਾਲ ਲੈਂਦੇ ਆ। ਜੇ ਉਹੋ ਜਿਹਾ ਇਨਫਰਾਸਟ੍ਰਕਚਰ ਤੁਸੀਂ ਕੋਈ ਹੋਰ ਫਸਲ ਦੇ ਦਿੰਦੇ ਹੋ ਜਾਂ ਉਹਨੂੰ ਯੂਜ਼ ਕਰ ਲੈਂਦੇ ਹੋ ਮੰਡੀ ਨੂੰ ਹੀ ਇੱਕ ਡਿਫਰੈਂਟ ਫਸਲ ਦੇ ਕੇ, ਉਹਨੂੰ ਕੋਈ ਕਾਰਗੋ ਬਣਾਉਂਦੇ ਹੋ, ਕੋਈ ਏਅਰ ਕਾਰਗੋ ਬਣਾਉਂਦੇ ਹੋ, ਨਾਲ ਦੇ ਅਰਬ ਕੰਟਰੀਜ਼ ਨੇ ਜਿੱਥੇ ਮਰਜ਼ੀ ਮਾਲ ਜਾ ਸਕਦਾ, ਜਿੰਨੀ ਮਰਜ਼ੀ ਸਬਜ਼ੀ ਜਿੰਨੀ ਮਰਜ਼ੀ ਫਰੂਟ ਭੇਜ ਲਈਏ। ਜਿਹੜੇ ਪੁਰਾਣੇ ਸਿਲਕ ਰੂਟ ਨੇ ਉਹ ਬੰਦ ਕੀਤੇ ਹੋਏ ਨੇ। ਹੁਣ 7000 ਨੂੰ ਕਣਕ ਵਿਕਦੀ ਪਈ ਆ ਪਾਕਿਸਤਾਨ, ਅਸੀਂ ਦੁਸ਼ਮਣੀ ਲੈ ਕੇ ਕਰਨਾ? ਸਾਡੀ 7000 ਨੂੰ ਜੇ ਕਣਕ ਵਿਕ ਜੇ ਤਾਂ ਫੋਰਨ ਕਰੰਸੀ ਤਾਂ ਆਪਾਂ ਨੂੰ ਕ੍ਰੀਏਟ ਹੁੰਦੀ ਆ ਨਾ ਜੀ। ਤੇ ਜਿਹੜਾ ਸਿਲਕ ਰੂਟ ਪੁਰਾਣਾ ਰਸ਼ੀਆ ਤੱਕ ਆਪਣਾ ਵਪਾਰ ਚੱਲਦਾ ਸੀ, ਜੇ ਉਹ ਵਪਾਰ ਖੋਲ੍ਹ ਦੇਣ, ਆਲੂ ਕਦੀ ਮੰਦਾ ਹੀ ਨਹੀਂ ਹੋ ਸਕਦਾ। ਇੱਥੇ ਆਲੂ ਪਿਆਜ਼ ਜਿੰਨਾ ਮਰਜ਼ੀ ਲਾ ਲਓ, ਜਿਹੜੀ ਮਰਜ਼ੀ ਸਬਜ਼ੀ ਲਾ ਲਓ, ਤੇ ਜੇ ਉਹ ਬਾਹਰ ਜਾ ਕੇ ਫੋਰਨ ਕਰੰਸੀ ਤੱਕ ਆਪਾਂ ਲਿਮਿਟ ਕਰਦੇ ਆ। ਜੇ ਕਹਿੰਦੇ ਆ ਵੀ ਸਾਡੀਆਂ ਸਟੇਟਾਂ ਨੇ ਜਿਹੜੀਆਂ ਭੁੱਖੀਆਂ ਮਰਦੀਆਂ ਸੀਗੀਆਂ, ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਉਹਨਾਂ ਦਾ ਫੂਡ ਬਾਊਲ ਭਰਤਾ, ਉਹ ਭਰਤਾ, ਤੇ ਜੇ ਅੱਜ ਤੁਹਾਨੂੰ ਨਵੀਂ ਕਿਸਮ ਦੀ ਕੋਈ ਫਸਲ ਕਹਿੰਦੇ ਹੋ ਉਹ ਪੰਜਾਬੀ ਲਾ ਸਕਦਾ, ਉਹਦਾ ਇਨਫਰਾਸਟ੍ਰਕਚਰ ਬਣਾ ਕੇ ਤਾਂ ਦਿਓ। ਉਹ ਇਨਫਰਾਸਟ੍ਰਕਚਰ ਜੇ ਬਣਦਾ ਤਰੱਕੀ ਉਹਦੇ 'ਚ। ਜੇ ਤੁਸੀਂ ਝੋਨਾ ਨਹੀਂ ਚਾਹੁੰਦੇ, ਝੋਨਾ ਸਾਡੀ ਨਾ ਫਸਲ ਸੀ ਨਾ ਅਸੀਂ ਖਾਂਦੇ ਸੀ, ਸਾਨੂੰ ਪੂਰੇ ਭਾਰਤ ਦਾ ਢਿੱਡ ਭਰਨ ਲਈ ਇਹ ਲਾਇਆ ਗਿਆ, ਸਾਡਾ ਪਾਣੀ ਮੁਕਾਇਆ ਗਿਆ, ਜ਼ਮੀਨ ਜ਼ਹਿਰੀ ਕੀਤੀ ਗਈ, ਹਵਾ ਜ਼ਹਿਰੀ ਕੀਤੀ ਗਈ। ਅਸੀਂ ਤਾਂ ਖੁਦ ਕਹਿੰਦੇ ਆ ਵੀ ਰਿਫਾਰਮ ਆਉਣੇ ਚਾਹੀਦੇ ਨੇ, ਪਰ ਉਹ ਆਉਣੇ ਚਾਹੀਦੇ ਜਿਹੜੇ ਇਕੁਅਲੀ ਜਾਂ ਇਦੋਂ ਵੱਧ ਇਨਕਮ ਵਾਲੇ ਹੋਣ, ਜਿੱਥੇ ਫਾਰਮਰ ਆਪਣਾ ਨੂੰ ਸਟੇਬਲ ਸਮਝੇ। ਕਿਉਂਕਿ ਬਾਹਰਲੇ ਰਿਫਾਰਮ ਇੱਥੇ ਨਹੀਂ ਚੱਲਣੇ। ਇੱਥੇ 4-4 5-5 ਕਿੱਲੇ ਦੇ ਫਾਰਮਿੰਗ ਆ, ਛੋਟੀ ਫਾਰਮਿੰਗ ਆ। ਉਹ ਛੋਟੀ ਫਾਰਮਿੰਗ 'ਚ ਵੱਧ ਤੋਂ ਵੱਧ ਕਿਵੇਂ ਐਕਸੈਸ 'ਚ ਉਹ ਇਨਕਮ ਲੈ ਸਕਦਾ, ਉਹ ਆਪ ਕੰਮ ਕਰਦਾ ਫਾਰਮਰ। ਇੱਥੇ ਕੋਈ ਕਮਰਸ਼ੀਅਲ ਫਾਰਮਿੰਗ ਨਹੀਂ ਹੈ, ਪਰ ਉਹਨੂੰ ਇੱਕ ਹੈਲਪ ਤਾਂ ਚਾਹੀਦੀ ਹੈ ਨਾ। ਉਹਨੂੰ ਨੇੜੇ ਮੰਡੀਕਰਨ ਸਿਸਟਮ ਚਾਹੀਦਾ, ਉਹਨੂੰ ਨੇੜੇ ਕੋਲਡ ਸਟੋਰੇਜ ਚਾਹੀਦੇ ਨੇ, ਉਹਨੂੰ ਨੇੜੇ ਇਹੋ ਜਿਹੀ ਮਾਰਕੀਟ ਚਾਹੀਦੀ ਹੈ ਜਿਹੜੀ ਪ੍ਰੋਸੈਸਿੰਗ ਪਲਾਂਟਸ ਲੱਗੇ ਹੋਣ, ਵੀ ਆਪਣਾ ਟਮਾਟਰ ਤੋੜੇ ਜਾ ਕੇ ਵੇਚਿਆ ਜਾਵੇ, ਪ੍ਰੋਸੈਸਿੰਗ ਪਲਾਂਟ 'ਤੇ ਉਹਦੀ ਸਟੋਰ ਹੋਵੇ, ਉਹਨੂੰ ਕੰਟਰੈਕਟ ਕੀਤਾ ਹੋਵੇ। ਪਰ ਇਹ ਉਹਦੀਆਂ ਕੰਟਰੈਕਟ ਦੀਆਂ ਸ਼ਰਤਾਂ ਹੀ ਗਲਤ ਲੈ ਕੇ ਜਾ ਰਹੇ ਆ। ਇਹ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੇ ਆ। ਅਸੀਂ ਚਾਹੁੰਦੇ ਹਾਂ ਜਿਵੇਂ ਚਾਈਨਾ ਦੇ ਵਿੱਚ ਛੋਟੇ ਘਰਾਂ ਦੇ ਵਿੱਚ ਫੈਕਟਰੀਆਂ ਲੱਗੀਆਂ ਹੋਈਆਂ, ਛੋਟੇ ਹਰ ਪਿੰਡ ਦੇ ਵਿੱਚ ਡਿਵੈਲਪ ਕੀਤੀ ਹੋਈ ਆ। ਦੁਆਰਾ ਨਹੀਂ ਜ਼ਰੂਰੀ ਨਹੀਂ ਵੀ ਸ਼ਹਿਰ ਵੱਲ ਨੂੰ ਬੰਦਾ ਜਾਵੇ, ਛੋਟੇ ਵਪਾਰ ਕੀਤੇ ਜਾਣ ਜਿਹੜੇ ਉਹਨਾਂ ਦੀ ਕੰਟਰੈਕਟ ਗਾਹ ਹੋਣ, ਤੇ ਉਹ ਆਪਣੀ ਖੇਤੀ ਨੂੰ ਕਿਤੇ ਵਧੀਆ ਕਰਨ। ਉਹ ਗੱਲਾਂ ਤੇ ਆਉਂਦੇ ਨਹੀਂ। ਆਪ ਦੇ ਕੋਆਪਰੇਟ ਘਰਾਣਿਆਂ ਦੇ ਜਿਵੇਂ ਸਰਕਾਰ ਇਕਜੁੱਟਤਾ ਹੋ ਕੇ, ਮੈਂ ਕਹਿੰਦਾ ਵੀ 5-6 ਪਰਿਵਾਰਾਂ ਨੂੰ ਇੱਕ ਪ੍ਰੋਫਿਟ ਦੇਣਾ ਚਾਹੁੰਦੇ ਆ, ਸਾਰੇ ਕਿਸਾਨਾਂ ਨੂੰ ਮਾਰ ਕੇ। ਆਵਾਮ ਦੀ ਸਰਕਾਰ ਨਹੀਂ ਹੈ, ਡੈਮੋਕ੍ਰੇਸੀ ਨਹੀਂ, ਡਿਕਟੇਟਰਸ਼ਿਪ ਵਾਲੀ ਸਰਕਾਰ ਕਰ ਰਹੀ ਹੈ। ਖੇਤੀ ਕਾਨੂੰਨ ਪੂਰੇ ਦੇਸ਼ ਦੇ ਵਿੱਚ ਸਾਰੇ ਸੂਬਿਆਂ ਦੇ ਉੱਤੇ ਲਾਗੂ ਹੋਏ ਨੇ, ਪਰ ਇਸ ਦੀ ਅਗਵਾਈ ਜੇ ਸੰਘਰਸ਼ ਲਹਿਰ ਉੱਠਦੀ ਏ ਤਾਂ ਪੰਜਾਬ ਦੇ ਵਿੱਚ ਉੱਠਦੀ ਏ। ਪੰਜਾਬ ਅਗਵਾਈ ਕਰਦਾ ਹੈ, ਕੀ ਕਾਰਨ ਹੈ? ਬਾਕੀ ਸੂਬਿਆਂ ਵਿੱਚ ਤਾਂ ਇਸ ਦਾ ਫਰਕ ਪੈਣਾ, ਬਾਕੀ ਸੂਬਿਆਂ ਤੇ ਵੀ ਤਾਂ ਇਸ ਦਾ ਅਸਰ ਪੈਣਾ ਹੈ।
ਬਿਲਕੁਲ ਸਾਰਿਆਂ ਤੇ ਫਰਕ ਪੈਂਦਾ ਸੀ। ਜਦੋਂ ਮੁਗਲ ਆਉਂਦੇ ਸੀ ਸਾਰਿਆਂ ਤੇ ਫਰਕ ਪੈਂਦਾ ਸੀ, ਪਰ ਅਗਵਾਈ ਪੰਜਾਬ ਦੇ ਹੱਥੀ ਆਉਂਦੀ ਸੀ, ਹਿੱਸੇ ਆਉਂਦੀ ਸੀ। ਜਦੋਂ ਅੰਗਰੇਜ਼ ਆਏ ਸਾਰਿਆਂ ਤੋਂ ਉਧਰੋਂ ਕਰਦੇ ਆਏ, ਆਪਾਂ ਤਾਂ 100 ਸਾਲ ਬਾਅਦ ਗੁਲਾਮ ਹੋਏ, ਤਾਂ ਵੀ ਜਦੋਂ ਭਜਾਉਣੇ ਸੀ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਉਹ ਸ਼ਹੀਦ ਮੂਹਰੇ ਹੋਏ ਤੇ ਸਾਰੇ ਅਗਵਾਈ ਇਹਨਾਂ ਨੇ ਕੀਤੀ। ਤੇ ਇਹ ਤਾਂ ਸਾਡੀ ਸਮਝ ਲਓ ਪਾਣੀ ਮਿੱਟੀ 'ਚ ਹੀ ਸਾਡੇ ਸਾਡੇ ਖੂਨ 'ਚ ਹੀ ਇਹੋ ਜਿਹੀ ਹੈਗੀ ਆ ਵੀ ਅਗਵਾਈ ਆਪਾਂ ਹੀ ਕਰਨੀ ਆ। ਤੇ ਪਰ ਜਿਵੇਂ ਸਰਬੱਤ ਦੇ ਭਲੇ ਦੀ ਗੁਰੂ ਸਾਹਿਬ ਦੀ ਦਿੱਤੀ ਹੋਈ ਆ ਵੀ ਵੰਡ ਕੇ ਛਕੋ, ਜਿੰਨਾ ਮਰਜ਼ੀ ਸਾਡਾ ਜ਼ੋਰ ਲੱਜੇ ਸਾਰੇ ਭਾਰਤ ਨੂੰ ਕਾਨੂੰਨ ਮਾਫ ਕਰਾ ਕੇ ਦੇਵਾਂਗੇ। 8 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ, ਕੀ ਰਣਨੀਤੀ ਹੈ? 8 ਤਰੀਕ ਦਾ ਮੁਕੰਮਲ ਸਾਰੇ ਭਾਰਤ ਦੇ ਸਾਰੇ 500 ਜਥੇਬੰਦੀਆਂ ਵੱਲੋਂ ਸੱਦਾ ਦਿੱਤਾ ਗਿਆ। ਸਵੇਰ ਤੋਂ ਲੈ ਕੇ 3 ਵਜੇ ਤੱਕ ਮੁਕੰਮਲ ਭਾਰਤ ਬੰਦ ਰਹੇਗਾ। ਇਹ ਸਾਡਾ ਰੋਸ ਆ। ਜਿਹੜੇ ਇੱਥੇ ਕਿਸਾਨ ਬੈਠੇ ਆ ਇਹਨਾਂ ਦੀ ਨਾ ਆਵਾਜ਼ ਸੁਣਨ ਖਾਤਰ, ਗੱਲਬਾਤ ਨਾ ਮੁਕਾਉਣ ਖਾਤਰ ਇੱਕ ਅਸੀਂ ਆ 3 ਕਾਨੂੰਨਾਂ ਦੇ ਉੱਤੇ ਪੂਰੇ ਭਾਰਤ ਬੰਦ ਕਰਨਾ ਚਾਹੁੰਦੇ ਆ। ਜਿਹੜੇ ਇਲਜ਼ਾਮ ਲਾਉਂਦੇ ਆ ਵੀ ਇਹ ਪੋਲੀਟੀਕਲ ਪਾਰਟੀਆਂ ਦੇ ਆ, ਜਿਹੜੇ ਇਲਜ਼ਾਮ ਲਾਉਂਦੇ ਆ ਵੀ ਇਹ ਕੁਝ ਵੱਖਵਾਦੀ ਨੇ ਜਾਂ ਖਾੜਕੂ ਨੇ ਜਾਂ ਨਕਸਲਾਈਟ ਨੇ, ਉਹਨਾਂ ਨੂੰ ਸਾਬਤ ਕਰ ਦਾਂਗੇ 8 ਤਰੀਕ ਨੂੰ ਵੀ ਤੁਹਾਡੀਆਂ ਸਰਕਾਰਾਂ ਦੇ ਵਿੱਚ ਹੀ ਪੂਰੇ ਬੰਦ ਰਹਿਣਗੇ। ਹਰ ਧਰਮ ਹਰ ਜਾਤ ਆਦਮੀ ਦਾ ਬੰਦਾ ਇਸ ਬੰਦ ਦੇ ਵਿੱਚ ਇਨਕਲੂਡ ਹੋਊਗਾ, ਕਿਉਂਕਿ ਜਿਹੜਾ ਇਹ ਸੰਘਰਸ਼ ਆ ਨਾ ਇਹ ਜਾਤ 'ਤੇ ਆ, ਨਾ ਪਾਤ 'ਤੇ ਆ, ਨਾ ਧਰਮ 'ਤੇ ਆ। ਇਹ ਨਿਰੋਲ ਤੇ ਨਿਰੋਲ ਆਰਥਿਕ ਇਕੱਠ ਹੋਇਆ, 3 ਕਾਨੂੰਨਾਂ ਤੇ 2 ਆਰਡੀਨੈਂਸ ਦੇ ਹੋਇਆ। ਤੇ ਇਹਦੇ ਸਪਸ਼ਟ ਤੌਰ ਤੇ ਭਾਰਤ ਬੰਦ ਇਸ ਨੂੰ ਇੱਕ ਸ਼ਕਲ ਦਿਖਾ ਦੂਗਾ। 9 ਤਰੀਕ ਨੂੰ ਤੁਹਾਡੀ ਕੇਂਦਰ ਸਰਕਾਰ ਨਾਲ ਦੁਬਾਰਾ ਮੀਟਿੰਗ ਹੈ, ਲੱਗਦਾ ਹੈ ਅੰਤਿਮ ਫੈਸਲਾ ਆ ਸਕਦਾ ਹੈ ਕਿ ਹਾਲੇ ਕੇਂਦਰ ਸਰਕਾਰ ਟਾਲ ਮਟੋਲ ਕਰੇਗੀ? ਅਸੀਂ ਚੜ੍ਹਦੀ ਕਲਾਂ 'ਚ ਹਰ ਮੀਟਿੰਗ 'ਚ ਅਸੀਂ ਪੋਜ਼ਿਟਿਵਨੈਸ ਲੈ ਕੇ ਜਾਂਦੇ ਆ। ਸਰਕਾਰ ਦੀ ਮਰਜ਼ੀ ਆ ਉਹਨੇ ਕਿੰਨਾ ਖਿੱਚਣਾ, ਉਹ ਸਾਨੂੰ ਖਿੱਚ ਕੇ ਸਾਡਾ ਸਬਰ ਸੰਤੋਖ ਜਿਹੜਾ ਅਸੀਂ ਬਾਬਾ ਜੀ ਨੇ ਸਾਨੂੰ ਬਖਸ਼ਿਆ ਉਹ ਚੈੱਕ ਕਰਨਾ ਚਾਹੁੰਦੇ ਆ। ਪਰ ਲੋਕ ਬਹੁਤ ਸ਼ਾਂਤੀ ਨਾਲ ਬੈਠੇ ਆ। ਅਸੀਂ ਅਪੀਲ ਵੀ ਸਾਰਿਆਂ ਨੂੰ ਤੁਹਾਡੇ ਦੌਰਾਨ ਵੀ ਕਰਦੇ ਆ, ਪੂਰੀ ਸ਼ਾਂਤੀ ਬਣਾਈ ਰੱਖਿਓ। ਆਪਣੀ ਇਹ ਸ਼ਾਂਤੀ ਪੂਰਵਕ ਜਿਹੜੀ ਪਿਛਲੇ 70 ਦਿਨਾਂ ਦੇ ਘੱਟੋ ਘੱਟ ਅਸੀਂ ਲੱਗੇ ਹੋਏ ਆ, ਇਹੀ ਆਪਾਂ ਨੂੰ ਕਾਮਯਾਬ ਆ, ਇਹੀ ਅੱਗੇ ਆਊਗੀ। ਕਿਸੇ ਦੀ ਕੋਈ ਸ਼ਰਾਰਤ ਕੀਤੀ, ਕਿਸੇ ਦੀ ਕੋਈ ਵਾਹ ਵਿੱਚ ਨਾ ਆਵੋ, ਸ਼ਾਂਤੀਪੂਰਨ ਆਪਣੀ ਟਰਾਲੀਆਂ 'ਚ ਬੈਠੋ, ਸਪੀਚ ਸੁਣੋ, ਲੰਗਰ ਛਕੋ। ਇਹ ਤੁਹਾਡਾ ਸੰਘਰਸ਼ ਇਤਿਹਾਸਿਕ ਸੰਘਰਸ਼ ਹੋਊਗਾ ਜਿਹੜਾ ਪੂਰੇ ਸ਼ਾਂਤਮਈ ਤਰੀਕੇ ਨਾਲ ਸਿੰਘ ਲੜ ਕੇ ਜਾਣਗੇ। ਨੌਜਵਾਨਾਂ ਦੀ ਇਸ ਪੂਰੇ ਧਰਨੇ ਦੇ ਵਿੱਚ ਸ਼ਮੂਲੀਅਤ ਨੂੰ ਕਿਵੇਂ ਦੇਖਦੇ ਹੋ? ਪੰਜਾਬੀ ਕਲਾਕਾਰ ਵੀ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਸ਼ਮੂਲੀਅਤ ਕਰ ਰਹੇ ਨੇ, ਉਸ ਨੂੰ ਕਿਵੇਂ ਦੇਖਦੇ ਹੋ? ਨੌਜਵਾਨ ਹਰ ਇੱਕ ਡੈਮੋਕ੍ਰੇਸੀ ਦੀ ਜੜ ਹੁੰਦੀ ਹੈ, ਅਗਲੇ ਆਉਣ ਵਾਲਾ ਭਵਿੱਖ ਹੁੰਦਾ। ਜੇ ਨੌਜਵਾਨ ਨਾ ਆਉਂਦਾ, ਭਵਿੱਖ ਉਹਨਾਂ ਦਾ ਹੀ ਵਧੀਆ ਬਣਨਾ। ਪਰ ਜਿਹਨੂੰ ਨਸ਼ੇੜੀ ਕਿਹਾ ਜਾਂਦਾ ਸੀ, ਜਿਹਨੂੰ ਪਿਕਚਰਾਂ ਨਸ਼ੇੜੀ ਦੇ ਬਣਾਈ ਜਾਂਦੀਆਂ ਸੀਗੀਆਂ, ਉਹਨਾਂ ਦੇ ਉੱਤੇ ਅੱਜ ਨੌਜਵਾਨ ਇਹ ਇੱਥੇ ਖੜ ਕੇ ਆਪਣੇ ਬਿਲਕੁਲ ਸਬਰ ਸੰਤੋਖ ਤੇ ਜਾਬਤੇ 'ਚ ਰਹਿ ਕੇ ਇਹ ਸੰਘਰਸ਼ ਲੜ ਰਹੇ ਨੇ। ਕੋਈ ਜਾਬਤੇ ਤੋਂ ਬਾਹਰ ਨਹੀਂ ਜਾ ਰਿਹਾ, ਹਰ ਬੰਦਾ ਆਪਣੇ ਬੈਠਾ ਜਾਬਤੇ ਦੇ ਵਿੱਚ ਰਹਿ ਕੇ ਨੌਜਵਾਨ ਨੇ ਜਿਹੜਾ ਇੱਥੇ ਸਾਥ ਦਿੱਤਾ ਉਹ ਇਤਿਹਾਸਿਕ ਲਿਖਿਆ ਜਾਊਗਾ ਵੀ ਪੰਜਾਬ ਨੇ ਆਪਣੀ ਪੰਜਾਬੀਅਤ ਦਿਖਾਤੀ, ਵੀ ਜੇ ਸੁੱਤੇ ਸਮਝੋ ਸ਼ੇਰਾਂ ਨੂੰ ਜਗਾਤਾ ਇਹਨਾਂ ਨੇ। ਤੇ ਸਾਡੀ ਕੌਮ ਨੂੰ ਫਖਰ ਹੋਣਾ ਚਾਹੀਦਾ ਵੀ ਕਿਹਦੇ ਅਸੀਂ ਬੱਚੇ ਆ, ਤੇ ਅਸੀਂ ਉਹਨਾਂ ਦੇ ਜਿਹੜੇ ਸਾਰੇ ਉਹਨਾਂ ਦੀ ਗੱਲਾਂ ਜਿਹੜੀਆਂ ਦਿੱਤੀਆਂ ਹੋਈਆਂ ਸਾਨੂੰ ਉਹ ਅੱਜ ਮਾਣ ਰਹੇ ਆ। ਬਾਬੇ ਨਾਨਕ ਦੇ ਲੰਗਰ 20 ਰੁਪਏ ਦਾ ਚਲਾਇਆ ਸੀ, ਉਹਨੇ ਐਤਕੀ ਵਰਲਡ 'ਚ ਦਿਖਾਤਾ ਵੀ ਇਹ ਕਿਵੇਂ ਆਏ। ਮੋਰਚਾਬੰਦੀ ਕਿਹੋ ਜਿਹੀ ਆ, ਕਹਿ ਲਓ ਵੀ ਪੁਰਾਣੀ ਮੋਰਚਾਬੰਦੀ ਸਿੱਖ ਕੇ ਵੀ ਤੰਬੂ ਲਾਉਂਦੇ ਹੁੰਦੇ ਸੀ, ਅਸੀਂ ਤੰਬੂ ਐਤਕੀ ਟਾਇਰਾਂ ਦੇ ਉੱਤੇ ਲਾ ਕੇ ਲੈ ਕੇ ਆਏ ਆ। ਮੂਵੇਬਲ ਤੰਬੂ ਲੱਗੇ ਹੋਏ ਨੇ। ਫੌਜ 'ਚ ਤੰਬੂ ਲਾਉਂਦੀ ਸੀ, ਜ਼ਰੂਰੀ ਹੁੰਦਾ ਸੀ, ਛੱਤ ਜ਼ਰੂਰੀ ਹੁੰਦੀ ਸੀ ਰਾਤ ਨੂੰ ਰਹਿਣ ਨੂੰ, ਖਾਣਾ ਜ਼ਰੂਰੀ ਹੁੰਦਾ ਸੀ, ਦੋਨੇ ਚੀਜ਼ਾਂ ਨਾਲ ਆ। ਬਿਨਾਂ ਹਥਿਆਰ ਤੋਂ ਬਾਕੀ ਸਾਰੀ ਫੌਜ ਇਹ ਫੌਜ ਦੇ ਤਰੀਕੇ ਨਾਲ ਲੜ ਰਹੀ ਆ। ਪੂਰੇ ਆਪਦੇ ਟੈਂਕ ਲੈ ਕੇ ਆਏ ਨੇ, ਉਹ ਆਪਣੇ ਸਾਧਨ 'ਤੇ ਆਏ ਆ, ਕਿਸੇ ਦਾ ਸਾਧਨ ਨਹੀਂ। ਸਿੰਬੋਲਿਕ ਰੂਪ ਵੀ ਦੱਸ ਰਿਹਾ ਵੀ ਇਹ ਕਿਸਾਨ ਆਏ ਆ, ਜਿਹੜੇ ਟਰੈਕਟਰ ਟਰਾਲੀ ਆ ਰਹੇ ਆ, ਤੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਕਹਿੰਦੇ ਆ ਵੀ ਇਹ ਸਿਆਸੀ ਬੰਦੇ ਨੇ। ਆਪਦੇ ਇੱਕ ਇੱਕ ਘਰ ਇੱਕ ਪਿੰਡ 'ਚ ਇੱਕ ਟਰੈਕਟਰ ਟਰਾਲੀ ਆਇਆ, ਕੋਈ ਕਿਰਾਏ ਦੇ ਨਹੀਂ, ਆਪਦੇ ਟਰੈਕਟਰ ਟਰਾਲੀ ਲੈ ਕੇ ਆਏ ਨੇ ਕਿਸਾਨ, ਤੇ ਉਹ ਆਪਣਾ ਮੋਰਚਾ ਲਾ ਕੇ ਬੈਠੇ ਨੇ। ਦੇਸ਼ਾਂ ਵਿਦੇਸ਼ਾਂ ਤੋਂ ਤੁਹਾਨੂੰ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ? ਕਿਉਂਕਿ ਅਸੀਂ ਦੇਖਦੇ ਹਾਂ ਕਿ ਬਾਹਰਲੇ ਦੇਸ਼ਾਂ ਵਿੱਚੋਂ ਇੱਕ ਆਵਾਜ਼ ਉੱਠ ਰਹੀ ਹੈ ਕਿਸਾਨੀ ਲਹਿਰ ਦੇ ਲਈ। ਭਾਰਤ ਦੇਸ਼ ਦੇ ਵਿੱਚੋਂ ਹਰੇਕ ਸੂਬੇ ਵਿੱਚੋਂ ਤੁਹਾਡਾ ਸਾਥ ਦਿੱਤਾ ਜਾ ਰਿਹਾ, ਤੁਹਾਨੂੰ ਸਾਥ ਦਿੱਤਾ, ਸਹਿਯੋਗ ਦਿੱਤਾ ਜਾ ਰਿਹਾ ਹੈ। ਹਰੇਕ ਸੂਬੇ ਦੇ ਕਿਸਾਨ ਲੋਕ ਸ਼ਮੂਲੀਅਤ ਕਰ ਰਹੇ ਨੇ। ਵਿਦੇਸ਼ਾਂ ਵਿੱਚ ਤੁਹਾਡਾ ਕਿਸ ਤਰ੍ਹਾਂ ਦਾ ਸਹਿਯੋਗ ਹੋ ਰਿਹਾ? ਇੱਕ ਤਾਂ ਇਹ ਧਰਤੀ ਦੀ ਵੱਡੀ ਗੱਲ ਆ ਵੀ ਇਹ ਆਪਣੀ ਪਹਿਚਾਣ ਨਹੀਂ ਛੱਡਦੇ। ਜਿਹੜੇ ਸਾਡੇ ਬੱਚੇ ਕਹਿ ਲਓ ਜਾਂ ਬਜ਼ੁਰਗ ਸਾਡੇ ਪੁਰਾਣੇ ਗਏ ਨੇ, ਉਹ ਆਪਣਾ ਪਿਛੋਕੜ ਨਹੀਂ ਭੁੱਲਦੇ, ਇਸ ਧਰਤੀ ਤੇ ਮਾਣ ਕਰਦੇ ਹਮੇਸ਼ਾ। ਪਰ ਇੱਥੇ ਦੀ ਸਰਕਾਰਾਂ ਦੇ ਸਿਸਟਮ ਨਾਲ ਉਹ ਤੰਗ ਹੋ ਕੇ ਗਏ ਨੇ। ਕੋਈ ਖੁਸ਼ੀ ਨਾਲ ਨਹੀਂ ਵਿਦੇਸ਼ਾਂ ਜਾ ਕੇ ਵਸਿਆ, ਆਪਦੇ ਘਰ ਮਾਂ-ਬਾਪ ਤੋਂ ਦੂਰ ਵਸ ਕੇ ਕੋਈ ਖੁਸ਼ ਨਹੀਂ ਹੁੰਦਾ। ਪਰ ਉਹ ਆਪਣੇ ਇੱਥੇ ਦੀ ਆਰਥਿਕਤਾ ਦੀ ਜਿਹੜੀ ਮੁਸ਼ਕਲਾਂ, ਸਰਕਾਰਾਂ ਦੀਆਂ ਨੀਤੀਆਂ ਗਲਤ ਨਾਲ ਵਸੇ ਹੋਏ ਨੇ। ਅੱਜ ਉਹਨਾਂ ਨੂੰ ਐਂ ਲੱਗ ਰਿਹਾ ਵੀ ਸਾਡੇ ਲੋਕ ਜੇ ਉੱਠੇ ਆ ਤਾਂ ਇਹਨਾਂ ਦਾ ਅਸੀਂ ਸਪੋਰਟ ਕਰੀਏ। ਜਿਹੜੀਆਂ ਗਲਤੀਆਂ ਨਾਲ ਅਸੀਂ ਵਿਦੇਸ਼ ਆ ਕੇ ਬੈਠੇ ਆ, ਵੀ ਅਗਲੀਆਂ ਵਿਪਤਾਂ ਨੂੰ ਇੱਥੇ ਆਉਣਾ ਨਾ ਪਵੇ। ਆਪਦੀ ਧਰਤੀ 'ਤੇ ਹੀ ਕੈਨੇਡਾ ਅਮਰੀਕਾ ਬਣਾ ਕੇ ਬੈਠ ਜਾਈਏ, ਕੋਈ ਕਾਨੂੰਨ ਇਹੋ ਜਿਹੇ ਨਾ ਲੱਗ ਜਾਣ ਵੀ ਇਹ ਧਰਤੀ ਹੋਰ ਥੱਲੇ ਲੱਗ ਜਾਵੇ। ਹਾਲੇ ਆਹ ਸਿਸਟਮ ਜਿਹੜਾ ਚੱਲ ਰਿਹਾ APMC ਐਕਟ ਜਿਹੜਾ ਕਹਿੰਦੇ ਆ ਵੀ ਆਪਾਂ ਮੰਡੀ ਵਿਕਦੀ ਆ, MSP ਚੱਲਦੀ ਵੀ ਆ, ਇਹਦੇ ਵਿੱਚ ਵੀ ਬਹੁਤ ਸੁਸਾਈਡ ਹੋ ਰਹੀ ਆ। ਪਰ ਇਹਨੂੰ ਸੁਧਾਰਨ ਦਾ ਕੰਮ ਕਰਨ ਤੇ, ਪਰ ਸਾਨੂੰ ਇਹ ਪੂਰਾ ਵਿਗਾੜਨ ਤੇ ਸਾਡੀ ਜ਼ਮੀਨਾਂ ਖੋਹਣ ਤੱਕ ਤੇ ਆ ਗਿਆ।
ਤਾਂ ਹੀ ਉਹਨਾਂ ਦੀਆਂ ਅੰਦਰੋਂ ਜ਼ਮੀਨਾਂ ਜਾਗੀਆਂ ਨੇ। ਤੁਸੀਂ ਦੇਖੋ ਬਾਹਰ ਕਿਵੇਂ ਵੀਡੀਓ ਆ ਰਹੀਆਂ ਨੇ, ਕਿੰਨੀਆਂ ਕਾਰਾਂ ਤੇ 600 ਕਿਲੋਮੀਟਰ 200 ਕਿਲੋਮੀਟਰ ਇਕੱਠੇ ਹੋ ਕੇ ਉੱਥੇ ਪੰਜਾਬੀ ਆਪਣਾ ਇਹਦਾ ਅੰਦੋਲਨ ਕਰ ਰਹੇ ਆ, ਐਮਬੈਸੀਆਂ ਨੂੰ ਮੰਗ ਪੱਤਰ ਦੇ ਰਹੇ ਨੇ। ਉੱਥੇ 5 ਮਿੰਟ ਦਾ ਵੇਲ ਨਹੀਂ ਹੁੰਦਾ, ਜੇ ਆਪਾਂ ਮਿਲਣ ਚਲੇ ਜਾਈਏ ਇੱਕ ਕਿਸੇ ਨੂੰ 5 ਮਿੰਟ ਦੀ ਨੌਕਰੀ ਦਾ ਵੇਲ ਨਹੀਂ ਹੁੰਦਾ, ਤਾਂ ਉਹ ਆਪਣੇ ਪੂਰਾ ਦਿਨ 2 ਦਿਨ 3 ਦਿਨ ਉੱਥੇ ਮੰਗ ਪੱਤਰ ਦੇਣ ਲਈ 600 ਕਿਲੋਮੀਟਰ ਸਫ਼ਰ ਕਰਕੇ ਇਕਜੁੱਟਤਾ ਦਿਖਾਉਣ ਵਾਸਤੇ ਪੰਜਾਬੀਆਂ ਨੇ 30 ਕਿਲੋਮੀਟਰ ਦੀ ਕੱਲ੍ਹ ਟੋਰਾਂਟੋ 'ਚ ਰੈਲੀਆਂ ਕੱਢੀਆਂ ਨੇ। ਜਿਹੜੇ ਸਟੂਡੈਂਟ ਗਏ ਆ ਉਹਨਾਂ ਨੇ ਰੈਲੀਆਂ ਕੱਢੀਆਂ ਨੇ। ਅਸੀਂ ਬਹੁਤ ਧੰਨਵਾਦ ਆ ਉਹਨਾਂ ਦੇ। ਸਗੋਂ ਉਹਨਾਂ ਦੀ ਜ਼ਮੀਨ ਨਹੀਂ ਅਸੀਂ ਜਗਾਈ, ਉਹਨਾਂ ਨੇ ਸਾਡੀ ਜ਼ਮੀਨ ਜਗਾਈ ਵੀ ਸਾਡੇ ਪੰਜਾਬੀ ਜਿੱਥੇ ਵੀ ਵਸਦਾ ਉਹ ਸਾਡੇ ਨਾਲ ਪਿਆਰ ਕਰਦਾ। ਮੋਦੀ ਸਰਕਾਰ ਲਈ ਆਮ ਕਰਕੇ ਕਿਹਾ ਜਾਂਦਾ ਕਿ ਮੋਦੀ ਸਰਕਾਰ ਅਟੱਲ ਹੈ, ਜਿੰਨੇ ਵੀ ਫੈਸਲੇ ਮੋਦੀ ਸਰਕਾਰ ਨੇ ਰਹੀ ਉੱਥੋਂ ਪੈਰ ਪਿੱਛੇ ਨਹੀਂ ਹਟਿਆ। ਜੇ ਨਾਗਰਿਕਤਾ ਸੋਧ ਕਾਨੂੰਨ ਦੀ ਗੱਲ ਕਰ ਲਈਏ, ਉਹਦੇ ਖਿਲਾਫ ਵੀ ਸੰਘਰਸ਼ ਹੋਇਆ, ਪਰ ਮੋਦੀ ਸਰਕਾਰ ਆਪਣੇ ਫੈਸਲੇ ਤੇ ਅਟੱਲ ਰਹੀ। ਜੇ ਧਾਰਾ 370 ਦੀ ਗੱਲ ਕਰ ਲਈਏ ਤਾਂ ਵੀ ਮੋਦੀ ਸਰਕਾਰ ਨੇ ਇੰਨਾ ਸੰਘਰਸ਼ ਹੋਇਆ ਤਾਂ ਵੀ ਆਪਣੇ ਫੈਸਲੇ ਤੇ ਅਟੱਲ ਰਹੀ। ਤੇ ਹੁਣ ਖੇਤੀ ਕਾਨੂੰਨ, ਤੁਹਾਨੂੰ ਕੀ ਲੱਗਦਾ ਮੋਦੀ ਸਰਕਾਰ ਝੁਕੂਗੀ ਅਟੱਲ ਕੇ ਆਪਣੇ ਫੈਸਲੇ ਤੇ ਅਟੱਲ ਰਹੂਗੀ ਉਸੇ ਤਰ੍ਹਾਂ? ਮੈਂ ਸਮਝਦਾ ਵੀ ਜਿਹੜਾ ਤੁਸੀਂ ਇਹ ਕੁਐਸਚਨ ਪੁੱਛਿਆ ਥੋੜੇ ਸਮੇਂ ਬਾਅਦ ਪੁੱਛਿਓ, ਸਾਡਾ ਜੰਗ ਜਿੱਤਣ ਤੋਂ ਬਾਅਦ ਪੁੱਛਿਓ, ਤਾਂ ਉਹਦਾ ਜਵਾਬ ਸਾਨੂੰ ਫਿਰ ਉਦੋਂ ਮਿਲੂਗਾ ਵੀ ਪੰਗਾ ਕਿਹਦੇ ਨਾਲ ਲੈ ਲਿਆ। ਮਤਲਬ ਕਿ ਫੈਸਲੇ ਤੁਸੀਂ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਜਾਓਗੇ। ਇਹ ਸਨ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਪ੍ਰਧਾਨ ਹਰਮੀਤ ਸਿੰਘ ਜੀ, ਜਿਨ੍ਹਾਂ ਦਾ ਫੈਸਲਾ ਹੈ ਕਿ ਇੱਥੋਂ ਹੱਸਦੇ ਖੇਡਦੇ ਸਾਰੇ ਕਿਸਾਨ ਵਾਪਸ ਜਾਣਗੇ ਅਤੇ ਜੰਗ ਜਿੱਤ ਕੇ ਵਾਪਸ ਜਾਣਗੇ। ਮੈਨੂੰ ਦਿਓ ਆਗਿਆ, ਧੰਨਵਾਦ। ਜਿੰਦਾਬਾਦ ਜਿੰਦਾਬਾਦ।